किसान भरावो जय किसान। ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲੱਗਿਆ, ਜਿਹੜੀ ਕਿ ਸਾਡੀ ਝੋਨੇ ਦੀ ਫਸਲ ਬਾਰੇ ਹੈ। ਝੋਨਾ ਸਾਉਣੀ ਦੀ ਮੁੱਖ ਫਸਲ ਔਰ ਪੰਜਾਬ ਦੇ ਵਿੱਚ ਇਸ ਦੀ ਕਾਸ਼ਤ ਵੱਡੇ ਪੱਧਰ ਦੇ ਉੱਪਰ ਕੀਤੀ ਜਾਂਦੀ ਹੈ। ਸੋ ਅੱਜ ਮੈਂ ਤੁਹਾਨੂੰ ਝੋਨੇ ਦੀ ਕੁਝ ਬਿਮਾਰੀਆਂ ਜਿਹੜੀਆਂ ਕਿ ਫੰਗਲ ਡਿਜ਼ੀਜ਼ਸ ਨਹੀਂ ਹਨ, ਜਿਹੜੀਆਂ ਕਿ ਕੀੜੇ ਮਕੌੜਿਆਂ ਦਾ ਹਮਲਾ ਨਹੀਂ ਹੈ, ਉਹ ਕਿਸੇ ਹੋਰ ਤੀਜੇ ਕਾਰਨ ਕਰਕੇ ਹੁੰਦੀਆਂ। ਸੋ ਮੈਂ ਅੱਜ ਤੁਹਾਨੂੰ ਉਹਦੇ ਬਾਰੇ ਗੱਲ ਕਰੂੰਗਾ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਜ਼ ਝੋਨੇ ਦੀਆਂ ਜਿਹੜੀਆਂ ਕਿਸਮਾਂ ਅਲੱਗ-ਅਲੱਗ ਲਗਾਈਆਂ ਜਾਂਦੀਆਂ, ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਮਸ਼ਹੂਰ ਆ। ਔਰ ਆਮ ਤੌਰ ਦੇ ਉੱਪਰ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ PR 114 ਬਹੁਤ ਵੱਡੇ ਪੱਧਰ ਦੇ ਉੱਪਰ ਲਗਾਈ ਜਾਂਦੀ ਹੈ। ਅਗੇਤੀਆਂ ਵੈਰਾਈਟੀਜ਼ ਦੇ ਵਿੱਚ PR 111 ਲਗਾਈ ਜਾਂਦੀ ਹੈ, PR 121, 22, 23 ਔਰ ਹੁਣ ਜਿਹੜੀਆਂ 126 ਤੋਂ ਲੈ ਕੇ 29 ਤੱਕ ਦੀਆਂ ਵੈਰਾਈਟੀਆਂ ਵੀ ਕਾਸ਼ਤ ਦੇ ਵਿੱਚ ਆ ਗਈਆਂ। ਔਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੂਸਾ 44 ਜਾਂ ਪੀਲੀ ਪੂਸਾ, ਜਿਹੜੀ ਪੂਸਾ 50 ਵੈਰਾਈਟੀ ਆ, ਉਹ ਵੀ ਲਗਾਈ ਜਾਂਦੀ ਆ। ਉਹਦੇ ਨਾਲ CR 212 ਔਰ ਡੋਗਰ ਪੂਸਾ ਦੇ ਨਾਂ ਤੋਂ ਕੁਝ ਵੈਰਾਈਟੀਆਂ ਜਿਹੜੀਆਂ ਪ੍ਰਚਲਿਤ ਨੇ, ਉਹ ਵੀ ਲਗਾਈਆਂ ਜਾਂਦੀਆਂ। ਸੋ ਮੈਂ ਅੱਜ ਤੁਹਾਡੇ ਨਾਲ ਗੱਲ ਕਰੂੰਗਾ। ਆਮ ਤੌਰ 'ਤੇ ਅਸੀਂ ਸੁਣਦੇ ਹਾਂ ਕਿ PR 114 ਜਿਹੜੀ ਕਿ ਇੱਕ ਅਰਲੀ ਵੈਰਾਈਟੀ ਆ ਔਰ ਸ਼ਾਰਟ ਡਿਊਰੇਸ਼ਨ ਵੈਰਾਈਟੀ ਆ ਔਰ ਬਹੁਤ ਹੀ ਪੋਪੂਲਰ ਹੈਗੀ ਆ। ਉਹਦੇ ਈਲਡ ਵੀ ਬਹੁਤ ਵਧੀਆ ਔਰ ਅਗੇਤੀ ਖਾਲੀ ਹੋ ਜਾਂਦਾ ਖੇਤ, ਔਰ ਸਾਡੇ ਕੋਲ ਕਣਕ ਦੀ ਬਿਜਾਈ ਜਾਂ ਪਰਾਲੀ ਜਿਹੜਾ ਹੈ ਉਹਦੇ ਪ੍ਰਬੰਧਨ ਵਾਸਤੇ ਸਾਡੇ ਕੋਲ ਇੱਕ ਖੁੱਲ੍ਹਾ ਟਾਈਮ ਮਿਲ ਜਾਂਦਾ। ਸੋ ਇਹਦੇ ਵਿੱਚ ਅਸੀਂ ਕਿਸਾਨ ਭਰਾਓ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੁਣਦੇ ਰਹੇ ਹਾਂ ਕਿ PR 114 ਵੈਰਾਈਟੀ ਦੇ ਵਿੱਚ ਬਹੁਤ ਇੱਕ ਬਿਮਾਰੀ ਜਿਹੜੀ ਨਿਸਰਨ ਤੋਂ ਬਾਅਦ, ਨਸਾਰੇ ਤੋਂ ਬਾਅਦ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਝੋਨੇ 'ਚ ਆਮ ਤੌਰ 'ਤੇ ਦੇਸੀ ਭਾਸ਼ਾ 'ਚ ਜਿਹੜੀ ਜਟਕਾ ਭਾਸ਼ਾ ਆਪਾਂ ਕਹਿੰਦੇ ਹਾਂ, ਆਪਾਂ ਸੁਣਿਆ ਕਿ ਲਾਟ ਫਿਰ ਗਈ, ਜਾਂ ਜੇ ਥੋੜ੍ਹਾ ਜਿਹਾ ਉਹਨੂੰ ਬਰੀਕੀ ਨਾਲ ਮੈਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰਾਂ ਤਾਂ ਜਿਹੜਾ ਉਹਦਾ ਝੰਡਾ ਪੱਤਾ ਫਲੈਗ ਲੀਫ ਹੁੰਦਾ, ਉਹ ਉੱਪਰੋਂ ਟਿਪ ਤੋਂ ਸੁੱਕਣਾ ਸਟਾਰਟ ਹੋ ਗਿਆ ਔਰ ਥੱਲੇ ਤੱਕ ਉਹ ਸੁੱਕ ਗਿਆ ਔਰ ਉਹਦਾ ਜਿਹੜਾ ਸੀਗਾ ਤੀਲੀਆਂ ਵਾਂਗੂ ਬਣ ਗਏ ਪੱਤੇ, ਗੋਲ I mean to say ਕਿ ਉਹ ਇੱਕ ਤੀਲੀ ਦੀ ਸ਼ੇਪ ਦੇ ਵਿੱਚ ਆ ਗਿਆ ਪੱਤਾ ਇਕੱਠਾ ਹੋ ਕੇ। ਸੋ ਕਿਸਾਨ ਭਰਾਓ, ਇਹ ਜਿਹੜੀ ਇੱਕ ਬਿਮਾਰੀ ਹੈ, ਇਹ PR 114 ਜਿਹੜੀ ਝੋਨੇ ਦੀ ਕਿਸਮ ਹੈ, ਇਹਦੇ 'ਚ ਆਮ ਤੌਰ 'ਤੇ ਦੇਖਣ ਨੂੰ ਮਿਲਦੀ ਆ। ਇਹ ਹੋ ਸਕਦਾ ਕਿ ਕਈ ਵਾਰੀ ਮੌਸਮ ਦੇ ਹੇਰ ਫੇਰ ਦੇ ਨਾਲ ਕਿਸੇ ਇਲਾਕਿਆਂ ਦੇ ਵਿੱਚ ਘੱਟ ਦੇਖਣ ਨੂੰ ਮਿਲੇ, ਕਿਸੇ 'ਚ ਵੱਧ ਦੇਖਣ ਨੂੰ ਮਿਲੇ। ਸੋ ਇਸ ਵਾਰੀ ਵੀ ਇਸੇ ਤਰ੍ਹਾਂ ਹੋਇਆ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਇਸ ਬਿਮਾਰੀ, ਜਿਹੜੀ ਮੈਂ ਤੁਹਾਨੂੰ ਕਿਹਾ ਕਿ ਝੋਨੇ ਦੀ ਲਾਟ ਫਿਰਨਾ, ਜਿਹੜੇ ਉੱਪਰਲਾ ਫਲੈਗ ਲੀਫ ਆ, ਉਹ ਸੁੱਕਣ ਦੀ ਸ਼ਿਕਾਇਤ ਬਹੁਤ ਜ਼ਿਆਦਾ ਆਈ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਇਸ ਛੋਟੀ ਜਿਹੀ ਮੈਂ ਇੰਟਰੋਡਕਸ਼ਨ ਤੋਂ ਬਾਅਦ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਬਿਮਾਰੀ ਹੈ ਕੀ ਆ ਔਰ ਇਹ ਬਿਮਾਰੀ ਦਾ ਕਾਰਨ ਕੀ ਹੈ। ਐਕਚੁਅਲੀ ਕਿਸਾਨ ਭਰਾਓ, ਜਿਹੜੀ ਇਹ ਬਿਮਾਰੀ ਹੈ, ਇਹ ਇੱਕ ਬਿਮਾਰੀ ਦਾ ਨਾਂ ਹੈ ਬੈਕਟੀਰੀਅਲ ਲੀਫ ਬਲਾਈਟ, ਜਿਹੜਾ ਕਿ ਬੈਕਟੀਰੀਆਜ਼ ਦੀ ਵਜ੍ਹਾ ਕਰਕੇ ਹੁੰਦਾ। ਬੈਕਟੀਰੀਅਲ ਡਿਜ਼ੀਜ਼ ਹੈ ਇਹ ਫੰਗਲ ਡਿਜ਼ੀਜ਼ ਨਹੀਂ ਹੈ, ਨਾ ਹੀ ਇਹ ਵਾਇਰਸ ਹੈ, ਨਾ ਹੀ ਇਹ ਹੋਰ ਕੋਈ ਫਿਜ਼ੀਓਲੋਜੀਕਲ ਡਿਸਆਰਡਰ ਹੈ, ਨਾ ਹੀ ਇਹ ਕਿਸੇ ਕੀਟ ਦੇ ਹਮਲੇ ਕਰਕੇ ਹੁੰਦਾ। ਇਹ ਫੰਗਸ ਵੀ ਨਹੀਂ ਹੈ, ਇਹ ਵਾਇਰਸ ਵੀ ਨਹੀਂ ਹੈ, ਤਾਂ ਫਿਰ ਇਹ ਕੀ ਹੈ? ਇਹ ਬੈਕਟੀਰੀਆ ਦੀ ਵਜ੍ਹਾ ਕਰਕੇ ਹੁੰਦਾ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਫੰਗਸ ਹੁੰਦੀ ਹੈ, ਇਸੇ ਤਰ੍ਹਾਂ ਮਾਈਕਰੋ ਆਰਗੈਨਿਜ਼ਮਸ ਦੇ ਵਿੱਚ ਸੂਖਮ ਜੀਵੀ ਬੈਕਟੀਰੀਆਜ਼ ਹੁੰਦੇ ਨੇ। ਸੋ ਇਹ ਬੈਕਟੀਰੀਆ ਦੀ ਵਜ੍ਹਾ ਕਰਕੇ ਬਿਮਾਰੀ ਹੁੰਦੀ ਹੈ ਔਰ ਬਹੁਤ ਵੱਡੇ ਪੱਧਰ ਦੇ ਉੱਪਰ PR 114 ਵੈਰਾਈਟੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਸੋ ਹੁਣ ਅਗਲੀ ਗੱਲ ਕਿਸਾਨ ਭਰਾਓ ਕਿ ਇਹ ਬਿਮਾਰੀ ਦੀ ਨਿਸ਼ਾਨੀ ਕੀ ਹੈ। ਮੈਂ ਤੁਹਾਨੂੰ ਕੁਝ ਪੱਤੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਇਹ ਬਿਮਾਰੀ ਦੀਆਂ ਨਿਸ਼ਾਨੀਆਂ ਕੀ ਨੇ। ਸਭ ਤੋਂ ਪਹਿਲੇ ਨੰਬਰ ਦੇ ਉੱਪਰ ਕਿਸਾਨ ਭਰਾਓ, PR 114 ਵੈਰਾਈਟੀ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਬਿਮਾਰੀ ਦੇ ਜਿਹੜੇ ਲੱਛਣ ਨੇ, ਉਹ ਇਸ ਤਰ੍ਹਾਂ ਪੱਤਾ ਉੱਪਰੋਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਤੀਲੀ ਬਣ ਚੁੱਕਿਆ ਇਕੱਠਾ ਹੋ ਕੇ। ਇਹ ਤੁਹਾਨੂੰ ਕਲੀਅਰਲੀ ਵੀਡੀਓ ਦੇ ਵਿੱਚ ਮੇਰੇ ਖਿਆਲ 'ਚ ਤੁਸੀਂ ਦੇਖ ਪਾ ਰਹੇ ਹੋ, ਇਹ ਤੀਲੀ ਬਣ ਚੁੱਕਿਆ। ਵਿੱਚੋਂ ਜਿਹੜੀ ਇਹਦੀ ਮਿਡ ਰਿਬ ਆ ਉਹ ਹਰੀ ਆ ਔਰ ਸਾਈਡਾਂ ਤੋਂ ਦੋਨੋਂ ਸਾਈਡਾਂ ਜਿਹੜੀਆਂ ਇਹਦੀਆਂ ਸੁੱਕ ਗਈਆਂ।
ਇਹ ਬਿਮਾਰੀ ਦੇ ਜਿਹੜਾ ਆਪਾਂ ਕਹੀਏ ਕਿ ਪਹਿਚਾਣ ਕਰਨ ਦਾ ਤਰੀਕਾ ਹੀ ਇਹ ਆ। ਇਹ ਜਦੋਂ ਇਹਦਾ ਕਿਨਾਰਾ ਸਿਰਾ ਹੈ, ਇਹ ਸਿਰੇ ਤੋਂ ਪਹਿਲਾਂ ਸੁੱਕੇਗਾ, ਫਿਰ ਇਹ ਸੁੱਕੇਗਾ ਕਿਸ ਤਰ੍ਹਾਂ, ਦੋਨੋਂ ਸਾਈਡਾਂ ਇਹਦੀਆਂ ਜਿਹੜੀਆਂ ਨੇ ਦੋਨੋਂ ਪਾਸੇ ਇਹਦੇ ਸੁੱਕਦੇ ਹੋਏ ਆਉਣਗੇ, ਵਿੱਚੋਂ ਹਰਾ ਰਹੇਗਾ, ਫਿਰ ਹੌਲੀ ਹੌਲੀ ਇਹ ਥੱਲੇ ਵੱਲ ਪੱਤੇ ਦੇ ਦੋਵੇਂ ਪਾਸੇ ਸੁੱਕਦੇ ਆਉਣਗੇ, ਔਰ ਉੱਪਰੋਂ ਪੱਤਾ ਸੁੱਕ ਕੇ ਫਿਰ ਵਿੱਚੋਂ ਵੀ ਸੁੱਕ ਜਾਏਗਾ, ਵਿਚਕਾਰੋਂ ਵੀ, ਔਰ ਇਹ ਪੱਤਾ ਉੱਪਰੋਂ ਇਸ ਤਰ੍ਹਾਂ ਤੀਲੀ ਬਣਦਾ ਹੋਇਆ ਇਕੱਠਾ ਹੁੰਦਾ ਆਏਗਾ। ਸੋ ਇਹਦਾ ਅਲਟੀਮੇਟਲੀ ਇਸ ਤਰ੍ਹਾਂ ਹੋ ਜਾਣਾ। ਇਹ ਫਲੈਗ ਲੀਫ ਆ, ਇਹ ਕਾਫੀ ਹੋ ਚੁੱਕਿਆ, ਔਰ ਐਟ ਦਾ ਐਂਡ ਜਿਹੜਾ ਹੈਗਾ ਆਖਰ ਦੇ ਵਿੱਚ ਇਹ ਕਈ ਵਾਰੀ ਕੀ ਹੁੰਦਾ, ਜਦੋਂ ਇਹ ਬਹੁਤ ਜ਼ਿਆਦਾ ਹੀ ਫੈਲ ਜਾਂਦੀ ਹੈ ਤਾਂ ਇਸ ਤਰ੍ਹਾਂ ਫਲੈਗ ਲੀਫ ਆ ਜਿਹੜਾ ਬਿਲਕੁਲ ਇੱਥੋਂ ਲੈ ਕੇ ਉੱਪਰ ਤੱਕ ਇਹ ਤੀਲੀ ਬਣ ਚੁੱਕਿਆ, ਬਿਲਕੁਲ ਸੁੱਕ ਚੁੱਕਿਆ। ਸੋ ਫਲੈਗ ਲੀਫ ਦੇ ਸੁੱਕਣ ਨਾਲ ਸਾਡੇ ਜਿਹੜਾ ਝਾੜ ਆ ਉਹਦੇ 'ਤੇ ਬੁਰਾ ਅਸਰ ਪੈਂਦਾ। ਸਾਡਾ ਜਿਹੜਾ ਦਾਣਾ ਉਹਦੀ ਪ੍ਰੋਪਰ ਸ਼ੇਪ, ਉਹਦੀ ਪ੍ਰੋਪਰ ਕੁਆਲਿਟੀ ਨਹੀਂ ਬਣਦੀ, ਉਹਦਾ ਪ੍ਰੋਪਰ ਵੇਟ ਨਹੀਂ ਬਣਦਾ, ਔਰ ਸਾਡੇ ਝੋਨੇ ਦੇ ਵਿੱਚ ਕਈ ਵਾਰ ਕੀ ਹੁੰਦਾ, ਇਹ ਬਹੁਤ ਜ਼ਿਆਦਾ ਹੀ ਇਹਦੀਆਂ ਦੌਗੀਆਂ ਬਣ ਜਾਂਦੀਆਂ, ਔਰ ਪੈਚਸ ਦੇ ਵਿੱਚ ਇਹ ਹੁੰਦਾ ਤੇ ਹੋ ਜਾਂਦਾ, ਤੇ ਫਿਰ ਇਹ ਜਿਹੜੀਆਂ ਉਹ ਦੌਗੀਆਂ ਹੁੰਦੀਆਂ ਅਲਟੀਮੇਟਲੀ ਉਹ ਬੈਠਣ ਲੱਗ ਜਾਂਦੀਆਂ, ਔਰ ਉਹਦੇ ਨਾਲ ਸਾਡੇ ਝਾੜ ਦੇ ਉੱਪਰ ਬਹੁਤ ਬੁਰਾ ਅਸਰ ਪੈਂਦਾ। ਸੋ ਇਹ ਤਾਂ ਇਹਦੀ ਪਹਿਚਾਣ ਹੋ ਗਈ ਕਿਸਾਨ ਭਰਾਓ। ਹੁਣ ਦੂਜੀ ਗੱਲ ਜਿਹੜੀ ਹੈ ਉਹ ਹੈ ਕਿ ਅਸੀਂ ਕਿਵੇਂ ਧਿਆਨ ਰੱਖੀਏ, ਸਾਡਾ ਖੇਤ ਆ, ਐਡੇ ਵੱਡੇ ਖੇਤ ਦੇ ਵਿੱਚ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੀ ਬਿਮਾਰੀ ਸ਼ੁਰੂ ਹੋ ਗਈ ਆ। ਸੋ ਇਹਦੇ ਲਈ ਜਿਹੜਾ ਮੈਂ ਆਪਣੇ ਪਰਸਨਲ ਮੇਰਾ ਐਕਸਪੀਰੀਅੰਸ ਆ ਉਹ ਇਹ ਆ ਕਿ ਜਿਸ ਤਰ੍ਹਾਂ ਤੁਹਾਡੇ ਖੇਤਾਂ ਦੇ ਵੱਟਾਂ 'ਤੇ ਜਾਂ ਸਾਈਡਾਂ ਦੇ ਉੱਪਰ ਘਾਹ ਹੈ ਜਾਂ ਦਰਖਤ ਨੇ, ਜਾਂ ਕਈ ਵਾਰੀ ਨਹਿਰਾਂ ਦੇ ਨਾਲ, ਸੂਇਆਂ ਦੇ ਨਾਲ, ਕੱਸੀਆਂ ਦੇ ਨਾਲ, ਜਾਂ ਜਿਹੜਾ ਹੈ ਸੇਮ ਨਾਲਿਆਂ ਦੇ ਨਾਲ ਤੁਹਾਡੀ ਜ਼ਮੀਨ ਲੱਗਦੀ ਹੈ, ਉੱਥੇ ਦਰਖਤ ਬਹੁਤ ਜ਼ਿਆਦਾ ਹੁੰਦੇ ਨੇ, ਵੈਜੀਟੇਸ਼ਨ ਹੁੰਦੀ ਹੈ। ਇਹ ਸਭ ਤੋਂ ਪਹਿਲਾਂ ਜਿਹੜੀ ਬਿਮਾਰੀ ਆ ਇਹਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਨੇ ਕਿ ਇਹ ਦਰਖਤਾਂ ਦੇ ਥੱਲੋਂ ਸਟਾਰਟ ਹੋਊਗੀ। ਜਿਹੜੇ ਪਾਸੇ ਤੁਹਾਡੇ ਬਹੁਤ ਜ਼ਿਆਦਾ ਘਾਹ ਫੂਸ ਆ, ਦਰਖਤ ਆ, ਇਹ ਉੱਧਰੋਂ ਸਟਾਰਟ ਹੋਊਗੀ, ਔਰ ਉਦੋਂ ਸਟਾਰਟ ਹੋ ਕੇ ਅੰਦਰ ਵੱਲ ਨੂੰ ਝੋਨੇ ਦੇ ਵਿੱਚ ਫੈਲਦੀ ਜਾਊਗੀ। ਸੋ ਇਹ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਉਹ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਝੋਨੇ ਨੂੰ ਡੇਲੀ ਤੁਸੀਂ ਦੇਖਦੇ ਹੋ, ਹਰ ਰੋਜ਼ ਜਾ ਕੇ ਤੁਸੀਂ ਆਪਣੇ ਝੋਨੇ ਦਾ ਚੱਕਰ ਲਗਾਉਂਦੇ ਹੋ, ਤਾਂ ਤੁਸੀਂ ਖਾਸ ਧਿਆਨ ਰੱਖਣਾ ਕਿ ਦਰਖਤਾਂ ਦੇ ਨੇੜਿਓਂ ਕਿਤੋਂ ਇਸ ਤਰ੍ਹਾਂ ਦੇ ਲੱਛਣ ਤੁਹਾਡੇ ਝੋਨੇ ਦੇ ਵਿੱਚ ਨਜ਼ਰ ਤਾਂ ਨਹੀਂ ਆ ਰਹੇ। ਜੇ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਲੱਛਣ ਨਜ਼ਰ ਆ ਰਹੇ ਨੇ, ਤਾਂ ਤੁਸੀਂ ਉਹ ਜਿਹੜਾ ਹੈਗਾ ਪੱਤੇ ਨੇ, ਜਾਂ ਉਹਦੀਆਂ ਫੋਟੋ ਖਿੱਚ ਕੇ, ਜਾਂ ਉਹ ਜੇ ਤੁਸੀਂ ਪੱਤਾ ਹੀ ਉਹਦਾ ਲੈ ਜਾਓ ਜਾਂ ਬੂਟਾ ਲਿਜਾ ਸਕਦੇ ਹੋ ਤਾਂ ਬਹੁਤ ਵਧੀਆ। ਨੇੜੇ ਦੇ ਖੇਤੀਬਾੜੀ ਦਫ਼ਤਰ ਦੇ ਵਿੱਚ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ, ਜਾਂ ਫਿਰ ਤੁਸੀਂ ਫੋਨ ਦੇ ਉੱਤੇ ਲੱਛਣ ਦੱਸ ਕੇ ਜਿਹੜਾ ਹੈ ਕਿਸਾਨ ਖੇਤੀ ਮਾਹਰਾਂ ਦੀ ਰਾਏ ਦੇ ਨਾਲ ਇਹਨੂੰ ਤੁਸੀਂ ਹੋਰ ਕਲੀਅਰ ਕਰ ਸਕਦੇ ਹੋ ਕਿ ਵਾਕਈ ਇਹ ਸਾਡੇ ਖੇਤਾਂ ਦੇ ਵਿੱਚ ਬੈਕਟੀਰੀਅਲ ਲੀਫ ਬਲਾਈਟ ਦਾ ਹਮਲਾ ਹੋ ਚੁੱਕਿਆ, ਜਾਂ ਫਿਰ ਇਹ ਕੁਝ ਹੋਰ ਆ। ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਕਿ ਬਿਲਕੁਲ ਤੁਸੀਂ ਪੱਕਾ ਕਰ ਲਓ ਕਿ ਤੁਹਾਡੇ ਖੇਤ ਦੇ ਵਿੱਚ ਇਹੀ ਬਿਮਾਰੀ ਹੈ। ਕਈ ਵਾਰੀ ਕੀ ਹੁੰਦਾ ਕਿ ਪੱਤੇ ਸੁੱਕਣ ਦਾ ਕੋਈ ਕਾਰਨ ਹੋਰ ਹੁੰਦਾ, ਔਰ ਅਸੀਂ ਮੋਟੇ ਤੌਰ 'ਤੇ ਅੰਦਾਜ਼ਾ ਲਾ ਲੈਂਦੇ ਕਿ ਇਹ BLB ਆ ਗਈ ਹੈ, ਬੈਕਟੀਰੀਅਲ ਲੀਫ ਬਲਾਈਟ ਸਾਡੇ ਖੇਤਾਂ 'ਚ ਆ ਗਈ ਹੈ। ਸੋ ਇਹਨੂੰ ਰੋਕਣਾ ਕਿਉਂ ਜ਼ਰੂਰੀ ਆ। ਇੱਕ ਹੋਰ ਗੱਲ ਜਿਹੜੀ ਹੈਗੀ ਹੈ, ਇਹ ਇੱਕ ਤਾਂ ਜਿਹੜਾ ਹੈ ਇਹ ਜਦੋਂ ਨਸਾਰੇ 'ਤੇ ਹੁੰਦਾ ਝੋਨਾ, ਬੂਟਿੰਗ ਸਟੇਜ 'ਤੇ ਆ ਉਦੋਂ ਹੁੰਦੀ ਆ, ਔਰ ਅਦਰਵਾਈਜ਼ ਜਿਹੜੀ ਇੱਕ ਹੋਰ ਇਹਦਾ ਸਟੇਜ ਵੀ ਹੈਗਾ, ਇਹ ਅਰਲੀ ਸਟੇਜ ਦੇ ਵਿੱਚ ਵੀ ਕਈ ਵਾਰੀ ਸਾਨੂੰ ਨਜ਼ਰ ਆਉਂਦੀ ਆ। ਉਹ ਵੀ ਜਿਸ ਤਰ੍ਹਾਂ ਸੂਏ, ਕੱਸੀਆਂ ਦੇ ਦਰਖਤਾਂ ਥੱਲੇ, ਨਹਿਰਾਂ ਦੇ ਨਾਲ ਉਹ ਜ਼ਿਆਦਾ ਉਸ ਟਾਈਮ ਹੁੰਦੀ ਆ। ਜਦੋਂ ਆਪਾਂ ਝੋਨਾ ਲਗਾਉਂਦੇ ਆ 20, 25, 30 ਦਿਨ ਦਾ ਝੋਨਾ ਹੁੰਦਾ, ਉਸ ਟਾਈਮ ਵੀ ਜਿਹੜੇ ਪੱਤੇ ਆ ਉਹ ਪੱਤੇ ਬਿਲਕੁਲ ਕਮਲਾ ਕੇ ਛਾਂ ਦੇ ਥੱਲੇ ਜਿਹੜਾ ਹੈ, ਛਾਵੇਂ ਹੋਣ ਦੇ ਬਾਵਜੂਦ ਪੱਤੇ ਕਮਲਾ ਕੇ ਮੁੜ ਜਾਂਦੇ ਆ ਥੱਲੇ ਨੂੰ, ਔਰ ਬੂਟਾ ਅਲਟੀਮੇਟਲੀ ਮਰਨ ਦੀ ਸਥਿਤੀ 'ਚ ਪਹੁੰਚ ਜਾਂਦਾ। ਉਹ ਵੀ ਇਸ ਦੀ ਇੱਕ ਫਾਰਮ ਆ। ਉਹ ਅਰਲੀ ਸਟੇਜ ਦੇ ਉੱਪਰ ਵੀ BLB ਦਾ ਅਟੈਕ ਦੇਖਿਆ ਗਿਆ ਝੋਨੇ ਦੇ ਵਿੱਚ। ਸੋ ਇਹ ਜ਼ਰੂਰੀ ਨਹੀਂ ਕਿ ਇਹ PR 114 'ਚ ਹੀ ਆਵੇ, ਇਹ ਹੋਰ ਜਿਹੜੀਆਂ ਕਿਸਮਾਂ ਨੇ ਉਹਨਾਂ 'ਚ ਵੀ ਆ ਸਕਦਾ। ਹੁਣ ਅਗਲੀ ਗੱਲ ਕਿ ਇਸ ਨੂੰ ਅਸੀਂ ਕੰਟਰੋਲ ਕਿਸ ਤਰ੍ਹਾਂ ਕਰੀਏ। ਕਿਸਾਨ ਭਰਾਓ, ਕੰਟਰੋਲ ਕਰਨ ਦੇ ਲਈ ਸਾਨੂੰ, ਅਸੀਂ ਜਿਸ ਤਰ੍ਹਾਂ ਜਾਣਦੇ ਹਾਂ ਕਿ ਜੇ ਬੈਕਟੀਰੀਅਲ ਬਿਮਾਰੀ ਆ ਤਾਂ ਉਹਦੇ ਲਈ ਕੋਈ ਨਾ ਕੋਈ ਉਸ ਤਰ੍ਹਾਂ ਦੀ ਦਵਾਈ ਹੀ ਹੋਵੇਗੀ। ਜੋ ਫੰਗਸ ਤੋਂ ਹੋਣ ਵਾਲੀ ਡਿਜ਼ੀਜ਼ ਹੈ ਤਾਂ ਨੈਚੁਰਲੀ ਆ ਕਿ ਉਹ ਫੰਗਲ ਜਿਹੜੀਆਂ ਫੰਗੀਸਾਈਡ ਹੁੰਦੇ ਨੇ, ਫੰਗੀਸਾਈਡ ਹੈ ਜਿਸ ਤਰ੍ਹਾਂ ਐਮੀਸਟਾਰ ਟੌਪ ਹੈ, ਕਸਟੋਡੀ ਹੈ, ਜਾਂ ਫਿਰ ਫੋਲੀਕਿਓਰ ਹੈ, ਜਾਂ ਫਿਰ ਜਿਸ ਤਰ੍ਹਾਂ ਟਿਲਟ ਹੈ, ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਕਿ ਉੱਲੀ ਨਾਸ਼ਕ ਹੁੰਦੇ ਨੇ ਉਹਨਾਂ ਦੀ ਸਪਰੇਅ ਕੀਤੀ ਜਾਂਦੀ। ਪਰ
ਇੱਥੇ ਜਦੋਂ ਬੈਕਟੀਰੀਅਲ ਬਿਮਾਰੀ ਆ ਤਾਂ ਇੱਥੇ ਤੁਸੀਂ ਐਮੀ ਸਟਾਰ ਕਰੋਗੇ ਜਾਂ ਤੁਸੀਂ ਹੋਰ ਜਿਹੜੀਆਂ ਫੰਗਸ ਕੰਟਰੋਲ ਕਰਨ ਵਾਲੀਆਂ ਦਵਾਈਆਂ ਕਰੋਗੇ ਤਾਂ ਉੱਥੇ ਇਹਦਾ ਰਿਜ਼ਲਟ ਨਹੀਂ ਆਊਗਾ। ਫਿਰ ਇਹਨੂੰ ਕੰਟਰੋਲ ਕਿਸ ਤਰ੍ਹਾਂ ਕਰੀਏ? ਇਹਨੂੰ ਕੰਟਰੋਲ ਕਰਨ ਦੇ ਲਈ ਮੈਂ ਤੁਹਾਨੂੰ 2-3 ਚੀਜ਼ਾਂ ਦੱਸਦਾ। ਅੱਜ ਕੱਲ੍ਹ ਬਾਇਓ ਪੈਸਟੀਸਾਈਡ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਟਰੈਂਡ ਦੇ ਵਿੱਚ ਨੇ। ਬਾਇਓ ਪੈਸਟੀਸਾਈਡ ਕਈ ਵਾਰੀ ਸਾਡੇ ਖੇਤਾਂ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਨੇ, ਬਹੁਤ ਇਫੈਕਟਿਵ ਹੁੰਦੇ ਨੇ, ਬਸ਼ਰਤੇ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ। ਸੋ ਇਹਦੇ ਵਾਸਤੇ ਕਿਸਾਨ ਭਰਾਓ ਸਭ ਤੋਂ ਵਧੀਆ ਜਿਹੜੀ ਚੀਜ਼ ਮੈਂ ਆਪਣੇ ਖੇਤਾਂ 'ਚ ਵੀ ਯੂਜ਼ ਕਰ ਚੁੱਕੇ ਹਾਂ, ਅਰਲੀ ਸਟੇਜ 'ਤੇ BLB ਨੂੰ ਵੀ ਕੰਟਰੋਲ ਕਰਨ ਦੇ ਲਈ ਅਸੀਂ ਉਹਨੂੰ ਵਰਤ ਚੁੱਕੇ ਹਾਂ, ਔਰ ਐਜ਼ ਵੈਲ ਐਜ਼ ਅਸੀਂ ਉਹਨੂੰ ਜਿਹੜੀ ਲੇਟ ਜਿਹੜੀ ਸਟੇਜ ਹੈਗੀ ਆ ਨਿਸਾਰੇ ਵਾਲੀ, ਉੱਥੇ ਵੀ ਅਸੀਂ ਉਹਨੂੰ ਯੂਜ਼ ਕਰ ਚੁੱਕੇ ਹਾਂ। ਉਹ ਹੈਗੀ ਆ ਸੂਡੋਮੋਨਾਸ ਫਲੋਰੀਸੈਂਸ। ਸੂਡੋਮੋਨਾਸ ਫਲੋਰੀਸੈਂਸ ਇੱਕ ਉਹਦੇ ਵਿੱਚ ਟੈਕਨੀਕਲ ਹੈ, ਤੁਸੀਂ ਕਹਿ ਲਓ ਕਿ ਬੈਕਟੀਰੀਆ ਹੈ, ਔਰ ਉਹ ਅਲੱਗ-ਅਲੱਗ ਕੰਪਨੀਆਂ ਦਾ ਆਉਂਦਾ। ਕੁਛ ਚੰਗੀਆਂ ਕੰਪਨੀਆਂ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਸੁਮੀਟੋਮੋ ਐਕਸਲ ਲਿਮਟਿਡ ਆ, ਉਹਦਾ ਸੂਡੋਸੈਲ ਆ, ਜਾਂ ਫਿਰ ਇੰਟਰਨੈਸ਼ਨਲ ਪਨੇਸ਼ੀਆ ਲਿਮਟਿਡ ਦਾ ਫਸਲ ਰਕਸ਼ਕ ਆ ਆਉਂਦਾ। ਔਰ ਸੂਡੋਮੋਨਾਸ ਫਲੋਰੀਸੈਂਸ ਤੁਸੀਂ 1 ਕਿਲੋ 1 ਏਕੜ ਦੇ ਵਿੱਚ ਸਪਰੇਅ ਕਰਨਾ। 100 ਲੀਟਰ ਪਾਣੀ 'ਚ ਘੋਲ ਕੇ 100 ਤੋਂ 150 ਲੀਟਰ ਲਾ ਦਿਓ, ਬਹੁਤ ਹੀ ਵਧੀਆ ਹੈ। ਇਹਨੂੰ ਤੁਸੀਂ ਕਰਨਾ ਕੀ ਹੈ? ਸਪਰੇਅ ਕਰਨ ਤੋਂ 1 ਦਿਨ ਪਹਿਲੇ ਸ਼ਾਮ ਨੂੰ ਸੂਡੋਮੋਨਾਸ ਫਲੋਰੀਸੈਂਸ ਦਾ ਡੱਬਾ ਇੱਕ ਖੁੱਲ੍ਹੇ ਡਰਮ ਦੇ ਵਿੱਚ ਪਾਣੀ ਪਾ ਕੇ ਘੋਲ ਦੇਣਾ। ਉਹਦੇ ਵਿੱਚ ਤੁਸੀਂ ਜਿਹੜਾ ਹੈ 250 ਗ੍ਰਾਮ ਗੁੜ 1 ਏਕੜ ਮਗਰ ਉਹਦੇ ਵਿੱਚ ਪਾ ਦੇਣਾ। ਜੇ 2 ਏਕੜ ਤਾਂ 2 ਕਿਲੋ ਸੂਡੋਮੋਨਾਸ ਫਲੋਰੀਸੈਂਸ ਪਲੱਸ ਪਾਣੀ ਤੁਸੀਂ ਜਿੰਨਾ ਘੋਲ ਬਣਾਉਣ ਲਈ ਤੁਹਾਨੂੰ ਸਫੀਸ਼ੀਐਂਟ ਹੋਵੇ, ਪਲੱਸ ਉਹਦੇ 'ਚ ਤੁਸੀਂ 250 ਗ੍ਰਾਮ ਇੰਟੂ 2 ਮਤਲਬ ਅੱਧਾ ਕਿਲੋ ਗੁੜ ਤੁਸੀਂ ਪਾ ਕੇ 2 ਕਿੱਲਿਆਂ ਦੇ ਲਈ 1 ਏਕੜ ਦੀ 250 ਗ੍ਰਾਮ ਗੁੜ ਜਿਹੜਾ ਬਹੁਤ ਹੈ, ਉਹਨੂੰ ਤੁਸੀਂ ਪਾ ਦਿਓ। ਉਹਨੂੰ ਸ਼ਾਮੇ ਓਵਰਨਾਈਟ ਰੱਖ ਦਿਓ। ਉਹਦੇ ਬਾਅਦ ਸੁਬਾਹ ਉੱਠ ਕੇ ਤੁਸੀਂ ਜਿਹੜਾ ਹੈ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਆਪਣੇ ਖੇਤਾਂ ਦੇ ਵਿੱਚ ਲਿਜਾ ਕੇ ਉਹਦਾ ਘੋਲ ਬਣਾ ਕੇ ਉਹਨੂੰ ਤੁਸੀਂ ਸਪਰੇਅ ਕਰ ਸਕਦੇ ਹੋ। ਉਹਦੇ ਨਾਲ ਜਿਹੜਾ ਹੈ ਫਸਲ ਦੇ ਵਿੱਚ ਬਹੁਤ ਹੀ ਚੰਗੇ ਰਿਜ਼ਲਟ ਆਉਣਗੇ। ਔਰ ਸਪਰੇਅ ਕਰਨ ਦਾ ਤਰੀਕਾ ਕੀ ਹੈ ਕਿਸਾਨ ਵੀਰੋ? ਸਪਰੇਅ ਕਰਨ ਵੇਲੇ ਜਿੱਥੇ ਦੌਗੀਆਂ ਹਨ ਉਸ ਪਾਸੇ ਤੋਂ ਸਪਰੇਅ ਸ਼ੁਰੂ ਨਹੀਂ ਕਰਨੀ। ਸਪਰੇਅ ਖੇਤ ਵਿੱਚ ਉਤਰਨ ਲੱਗੇ ਉੱਥੋਂ ਸਟਾਰਟ ਕਰਨੀ ਆ ਜਿਹੜੇ ਪਾਸੇ ਬਿਮਾਰੀ ਦਾ ਹਮਲਾ ਬਹੁਤ ਜ਼ਿਆਦਾ ਘੱਟ ਆ। ਉੱਥੋਂ ਕਰਦੇ ਕਰਦੇ ਜ਼ਿਆਦਾ ਹਮਲੇ ਵਾਲੇ ਪਾਸੇ ਲਿਜਾ ਕੇ ਡਰਮੀਆਂ ਖ਼ਤਮ ਕਰਕੇ ਖੇਤ 'ਚੋਂ ਬਾਹਰ ਹੋ ਜਾਣਾ। ਦੂਜੀ ਗੱਲ, ਸਪਰੇਅ ਕਰਦੇ ਸਮੇਂ ਕਿਸਾਨ ਭਰਾਓ ਇਸ ਗੱਲ ਦਾ ਖਿਆਲ ਰੱਖਣਾ ਕਿ ਸਪਰੇਅ ਕਰਦੇ ਜਾਂਦੇ ਜੇ ਕੋਈ ਦੌਗੀਆਂ ਵੱਡੀਆਂ ਦੌਗੀਆਂ ਆ ਜਾਂਦੀਆਂ ਤਾਂ ਉੱਥੇ ਬਾਹਰੋਂ ਸਪਰੇਅ ਕਰਕੇ ਉਹਦੇ ਪਾਸੇ ਦੀ ਲੰਘ ਜਾਣਾ। ਅਦਰਵਾਈਜ਼ ਜਿਹੜਾ ਤੁਹਾਡੇ ਕੱਪੜਿਆਂ ਦੇ ਨਾਲ ਤੁਹਾਡੇ ਜਿਹੜਾ ਹੈ ਸਪਰੇਅ ਕਰਦੇ ਹੋਏ ਉਹਦੇ ਵਿੱਚ ਜੇ ਤੁਹਾਡੇ ਕੱਪੜਿਆਂ ਨਾਲ ਇਹਦੇ ਲੱਗ ਜਾਣਗੇ ਤਾਂ ਉਹ ਤੁਸੀਂ ਪੂਰੇ ਖੇਤ ਦੇ ਵਿੱਚ ਬਿਮਾਰੀ ਫੈਲ ਸਕਦੀ ਹੈ। ਇਹ ਜਿਹੜੀਆਂ ਫੰਗਸ ਤੋਂ ਹੋਣ ਵਾਲੀਆਂ, ਜਿਹੜੀਆਂ ਉੱਲੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੇ, ਉਹਨਾਂ 'ਤੇ ਵੀ ਲਾਗੂ ਹੁੰਦੀ ਹੈ। ਸ਼ੀਤ ਬਲਾਈਟ ਆ ਜਾਂ ਹੋਰ ਬਿਮਾਰੀਆਂ ਨੇ ਉਹਨਾਂ 'ਤੇ ਵੀ ਹੁੰਦੀ ਆ। ਉਦੋਂ ਵੀ ਸਪਰੇਅ ਕਰਨ ਵੇਲੇ ਇਹੀ ਗੱਲ ਦਾ ਧਿਆਨ ਰੱਖਣਾ ਕਿ ਜਿੱਥੇ ਬਿਮਾਰੀ ਜ਼ਿਆਦਾ ਉੱਥੇ ਲਾਸਟ ਦੇ ਵਿੱਚ ਆ ਕੇ ਸਪਰੇਅ ਕਰੋ। ਪਹਿਲਾਂ ਜਿੱਧਰ ਘੱਟ ਆ ਉਹ ਖੇਤ ਨੂੰ ਤੁਸੀਂ ਕੰਪਲੀਟ ਕਰ ਲਓ। ਅਦਰਵਾਈਜ਼ ਜੇ ਤੁਸੀਂ ਉੱਥੋਂ ਦੀ ਲੰਘੋਗੇ ਜਿੱਥੇ ਬਿਮਾਰੀ ਦਾ ਹਮਲਾ ਬਹੁਤ ਜ਼ਿਆਦਾ ਹੈ ਤਾਂ ਉਹ ਬਿਲਕੁਲ ਤੁਸੀਂ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚ ਬਿਮਾਰੀ ਨੂੰ ਘਟਾਉਣ ਦੀ ਬਜਾਏ ਵਧਾ ਦਿਓਗੇ, ਕਿਉਂਕਿ ਉਹ ਫੈਲੇਗੀ। ਸੋ ਇਹ ਕੁਝ ਗੱਲਾਂ ਸਨ ਕਿਸਾਨ ਭਰਾਓ। ਬੈਕਟੀਰੀਅਲ ਲੀਫ ਬਲਾਈਟ ਦਾ ਜੇ ਇਸੇ ਸਟੇਜ ਦੇ ਉੱਪਰ, ਅਰਲੀ ਸਟੇਜ ਦੇ ਉੱਪਰ ਤੁਸੀਂ ਕੰਟਰੋਲ ਕਰ ਲਓ ਤਾਂ ਬਹੁਤ ਵਧੀਆ। ਅਦਰਵਾਈਜ਼ ਇਹ ਫਿਰ ਜਿਹੜੀਆਂ ਮੁੰਜਰਾਂ ਹੁੰਦੀਆਂ, ਮੁੰਜਰਾਂ ਦੇ ਉੱਪਰ ਵੀ ਇਹਦਾ ਅਟੈਕ ਹੋ ਜਾਂਦਾ ਔਰ ਮੁੰਜਰਾਂ ਦੇ ਸਾਡੇ ਦਾਣੇ ਦੀ ਕੁਆਲਿਟੀ ਬਹੁਤ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ। ਫਿਰ ਉਹ ਪੈਨੀਕਲ ਬਲਾਈਟ ਬਣ ਜਾਂਦੀ ਹੈ। ਸੋ ਔਰ ਆਪਣੇ ਝੋਨੇ ਦੇ ਵਿੱਚ, ਆਪਣੇ ਧਾਨ ਦੀ ਫਸਲ ਦੇ ਵਿੱਚ ਇਸ ਤਰ੍ਹਾਂ ਦੇ ਤੁਸੀਂ ਜਿਹੜੇ ਨੇ ਮੇਜ਼ਰ ਵਰਤ ਕੇ ਕੰਟਰੋਲ ਮੇਜ਼ਰਸ